ਮੇਰੇ ਪੱਲੇ ਤਾਂ ਪਰਮਾਤਮਾ ਨੇ ਗਰੀਬੀ ਪਾ ਦਿੱਤੀ ਤੇ ਸਾਹਮਣੇ ਵਾਲੇ ਨੂੰ ਪਰਮਾਤਮਾ ਨੇ ਇੰਨਾ ਅਮੀਰ ਬਣਾ ਦਿੱਤਾ। ਮੈਂ ਪਰਮਾਤਮਾ ਨੂੰ ਵੀ ਬਹੁਤ ਮੰਨਦਾ ਹਾਂ, ਪਰ ਫਿਰ ਵੀ ਗਰੀਬ ਹਾਂ। ਦੋਸਤੋ, ਇਸ ਤਰ੍ਹਾਂ ਦੇ ਵਿਚਾਰ ਸਾਡੇ ਮਨ ਵਿੱਚ ਅਕਸਰ ਆਉਂਦੇ ਹਨ। ਮੈਂ ਲੋਕਾਂ ਨੂੰ ਵੀ ਬਹੁਤ ਕਹਿੰਦੇ ਸੁਣਿਆ ਹੈ ਕਿ ਪਰਮਾਤਮਾ ਨੇ ਇੰਨੀ ਵੱਡੀ ਦੁਨੀਆ ਬਣਾ ਦਿੱਤੀ ਪਰ ਕਾਣੀ ਵੰਡ ਕੀਤੀ। ਕਿਸੇ ਨੂੰ ਤਾਂ ਹੱਦੋਂ ਜ਼ਿਆਦਾ ਅਮੀਰ ਬਣਾ ਦਿੱਤਾ ਤੇ ਕਿਸੇ ਨੂੰ ਬਹੁਤ ਜ਼ਿਆਦਾ ਗਰੀਬ ਬਣਾ ਦਿੱਤਾ। ਤਾਂ ਐਸਾ ਕਿਉਂ ਹੁੰਦਾ ਹੈ? ਅੱਜ ਦੀ ਕਹਾਣੀ ਇਸ ਟੌਪਿਕ 'ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਧਰਮਪੁਰ ਨਾਮ ਦੇ ਇੱਕ ਪਿੰਡ ਵਿੱਚ ਮਣੀ ਰਾਮ ਨਾਮ ਦਾ ਇੱਕ ਗਰੀਬ ਮਛੁਆਰਾ ਰਹਿੰਦਾ ਸੀ। ਮਣੀ ਰਾਮ ਦਿਨ ਰਾਤ ਮਿਹਨਤ ਕਰਿਆ ਕਰਦਾ ਸੀ, ਪਰ ਫਿਰ ਵੀ ਸਿਰਫ ਓਨਾ ਹੀ ਕਮਾ ਪਾਉਂਦਾ ਸੀ ਜਿਸ ਦੇ ਨਾਲ ਉਸਦੇ ਘਰ ਦਾ ਖਰਚ ਬਹੁਤ ਮੁਸ਼ਕਿਲ ਦੇ ਨਾਲ ਚੱਲਦਾ ਸੀ, ਤੇ ਬਾਕੀ ਜੋ ਪੈਸਾ ਬਚਦਾ ਸੀ ਉਸ ਦੇ ਨਾਲ ਉਹ ਆਪਣੇ ਤੇ ਆਪਣੇ ਪਰਿਵਾਰ ਦੇ ਪਸੰਦ ਦੀਆਂ ਚੀਜ਼ਾਂ ਖਰੀਦ ਲੈਂਦਾ ਸੀ। ਮਣੀ ਰਾਮ ਦੇ ਘਰ ਦੇ ਸਾਹਮਣੇ ਇੱਕ ਵੱਡੇ ਬੰਗਲੇ ਦੇ ਵਿੱਚ ਧਨੀ ਰਾਮ ਨਾਮ ਦਾ ਇੱਕ ਆਦਮੀ ਰਹਿੰਦਾ ਸੀ। ਉਹ ਸਰੀਰਕ ਰੂਪ ਤੋਂ ਬਿਲਕੁਲ ਵੀ ਮਿਹਨਤ ਨਹੀਂ ਕਰਦਾ ਸੀ, ਪਰ ਫਿਰ ਵੀ ਬਹੁਤ ਅਮੀਰ ਸੀ। ਉਸਦੇ ਕੋਲ ਬਹੁਤ ਪੈਸਾ ਸੀ, ਪੈਸੇ ਦੀ ਕੋਈ ਵੀ ਕਮੀ ਨਹੀਂ ਸੀ। ਧਨੀ ਰਾਮ ਆਪਣੇ ਕਾਰੋਬਾਰ ਦੇ ਬਲਬੂਤੇ ਤੇ ਨੌਕਰ ਚਾਕਰ, ਗੱਡੀਆਂ, ਬੰਗਲੇ ਆਦਿ ਵਰਗੀਆਂ ਸਾਰੀਆਂ ਸੁੱਖ ਸੁਵਿਧਾਵਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਣੀ ਰਾਮ ਆਪਣੇ ਤੇ ਧਨੀ ਰਾਮ ਦੇ ਵਿਚਕਾਰ ਇੰਨਾ ਫਰਕ ਦੇਖ ਕੇ ਬਹੁਤ ਦੁਖੀ ਹੁੰਦਾ ਸੀ ਤੇ ਪਰਮਾਤਮਾ ਨੂੰ ਬਹੁਤ ਕੋਸਦਾ ਸੀ ਕਿ ਤੂੰ ਸਾਡੇ ਦੋਹਾਂ ਦੇ ਵਿਚਕਾਰ ਇੰਨਾ ਫਰਕ ਕਿਵੇਂ ਪਾ ਦਿੱਤਾ। ਤੇ ਇੱਕ ਦਿਨ ਉਹ ਮੰਦਰ ਗਿਆ ਤੇ ਪਰਮਾਤਮਾ ਨੂੰ ਸ਼ਿਕਾਇਤਾਂ ਕਰਨ ਲੱਗਾ ਤੇ ਕਹਿੰਦਾ ਹੈ ਕਿ ਮੈਂ ਪੂਰਾ ਦਿਨ ਜੀ ਤੋੜ ਮਿਹਨਤ ਕਰਦਾ ਹਾਂ, ਫਿਰ ਵੀ ਮੇਰੇ ਕੋਲ ਨਾ ਤਾਂ ਰਹਿਣ ਦੇ ਲਈ ਚੰਗਾ ਘਰ ਹੈ, ਨਾ ਹੀ ਪਹਿਨਣ ਦੇ ਲਈ ਚੰਗੇ ਕੱਪੜੇ ਹਨ, ਤੇ ਨਾ ਹੀ ਕੋਈ ਗੱਡੀ ਹੈ, ਨਾ ਹੀ ਨੌਕਰ ਚਾਕਰ ਹਨ। ਜਦਕਿ ਮੇਰੇ ਘਰ ਦੇ ਸਾਹਮਣੇ ਰਹਿਣ ਵਾਲਾ ਧਨੀ ਰਾਮ ਮੇਰੀ ਜਿੰਨੀ ਮਿਹਨਤ ਵੀ ਨਹੀਂ ਕਰਦਾ, ਫਿਰ ਵੀ ਵਧੀਆ ਜ਼ਿੰਦਗੀ ਜੀ ਰਿਹਾ ਹੈ। ਤੂੰ ਸਾਡੇ ਦੋਹਾਂ ਦੇ ਵਿਚਕਾਰ ਇੰਨਾ ਫਰਕ ਕਿਵੇਂ ਪਾ ਦਿੱਤਾ? ਪਰਮਾਤਮਾ, ਤੂੰ ਮੇਰੇ ਨਾਲ ਬਹੁਤ ਗਲਤ ਕੀਤਾ ਹੈ। ਕਿਉਂ ਤੂੰ ਮੈਨੂੰ ਇੰਨਾ ਗਰੀਬ ਬਣਾ ਦਿੱਤਾ ਤੇ ਧਨੀ ਰਾਮ ਨੂੰ ਇੰਨਾ ਅਮੀਰ ਬਣਾ ਦਿੱਤਾ? ਮਣੀ ਰਾਮ ਹੋਰ ਵੀ ਬਹੁਤ ਕੁਝ ਬੁਰਾ ਭਲਾ ਪਰਮਾਤਮਾ ਨੂੰ ਕਹਿੰਦਾ ਹੈ, ਸ਼ਿਕਾਇਤਾਂ ਕਰਦਾ ਹੈ। ਮਣੀ ਰਾਮ ਦੇ ਮੂੰਹੋਂ ਇੰਨੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਪਰਮਾਤਮਾ ਇੱਕ ਸਾਧੂ ਦਾ ਰੂਪ ਧਾਰਦਾ ਹੈ ਤੇ ਮਣੀ ਰਾਮ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਕੀ ਗੱਲ ਹੋ ਗਈ ਬੇਟਾ, ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਿਹਾ ਹੈ? ਤਾਂ ਮਣੀ ਰਾਮ ਸਾਧੂ ਨੂੰ ਸਾਰੀ ਗੱਲ ਦੱਸ ਦਿੰਦਾ ਹੈ। ਇਸ ਉੱਤੇ ਸਾਧੂ ਕਹਿੰਦਾ ਹੈ ਕਿ ਦੇਖ ਬੇਟਾ, ਪਰਮਾਤਮਾ ਨੇ ਕਿਸੇ ਨੂੰ ਵੀ ਗਰੀਬ ਜਾਂ ਅਮੀਰ ਨਹੀਂ ਬਣਾਇਆ, ਬਲਕਿ ਗਰੀਬ ਤੇ ਅਮੀਰ ਹੋਣ ਦਾ ਇਹ ਫਰਕ ਤਾਂ ਲੋਕਾਂ ਦੇ ਕੰਮ ਕਰਨ ਤੇ ਉਹਨਾਂ ਦੀ ਸੋਚ ਦੇ ਮੁਤਾਬਕ ਹੁੰਦਾ ਹੈ। ਪਰਮਾਤਮਾ ਦੇ ਲਈ ਤਾਂ ਗਰੀਬ ਤੇ ਅਮੀਰ ਦੋਵੇਂ ਹੀ ਇੱਕ ਸਮਾਨ ਹੁੰਦੇ ਹਨ। ਇਸ ਲਈ ਪਰਮਾਤਮਾ ਨੇ ਐਸਾ ਕੋਈ ਵੀ ਭੇਦਭਾਵ ਕਿਸੇ ਦੇ ਨਾਲ ਨਹੀਂ ਕੀਤਾ ਜਿਸ ਦੇ ਨਾਲ ਤੂੰ ਗਰੀਬ ਬਣ ਜਾਵੇਂ ਤੇ ਤੇਰੇ ਸਾਹਮਣੇ ਵਾਲਾ ਅਮੀਰ ਬਣ ਜਾਵੇ, ਬਲਕਿ ਇਹ ਸਭ ਤਾਂ ਤੁਹਾਡੇ ਦੋਹਾਂ ਦੇ ਕੰਮ ਕਰਨ ਦੇ ਤਰੀਕੇ ਤੇ ਸਮਝ ਦਾ ਫਰਕ ਹੁੰਦਾ ਹੈ, ਜਿਸ ਨੂੰ ਤੁਸੀਂ ਦੋਹਾਂ ਨੇ ਖੁਦ ਹੀ ਵਿਕਸਿਤ ਕੀਤਾ ਹੈ। ਜੇਕਰ ਤੂੰ ਵੀ ਆਪਣੇ ਕੰਮ ਕਰਨ ਦੇ ਤਰੀਕੇ ਤੇ ਪੈਸਿਆਂ ਦੇ ਪ੍ਰਤੀ ਆਪਣੀ ਸੋਚ ਨੂੰ ਬਦਲ ਲੈਂਦਾ ਹੈ ਤਾਂ ਤੂੰ ਵੀ ਅਮੀਰ ਬਣ ਜਾਵੇਂਗਾ। ਸਾਧੂ ਦੇ ਇੰਨਾ ਸਮਝਾਉਣ ਦੇ ਬਾਅਦ ਵੀ ਮਣੀ ਰਾਮ ਆਪਣੀ ਜਿੱਦ ਉੱਤੇ ਅੜਿਆ ਰਿਹਾ ਤੇ ਕਹਿੰਦਾ ਹੈ ਕਿ ਮੈਨੂੰ ਤਾਂ ਪਰਮਾਤਮਾ ਨੇ ਹੀ ਗਰੀਬ ਬਣਾਇਆ ਹੈ ਤੇ ਧਨੀ ਰਾਮ ਨੂੰ ਅਮੀਰ ਬਣਾ ਦਿੱਤਾ ਹੈ। ਉਸਨੇ ਮੇਰੇ ਨਾਲ ਕਾਣੀ ਵੰਡ ਕੀਤੀ ਹੈ। ਤਾਂ ਸਾਧੂ ਮਣੀ ਰਾਮ ਨੂੰ ਕਹਿੰਦਾ ਹੈ ਕਿ ਜੇਕਰ ਤੈਨੂੰ ਐਸਾ ਲੱਗਦਾ ਹੈ ਕਿ ਪਰਮਾਤਮਾ ਨੇ ਤੈਨੂੰ ਗਰੀਬ ਤੇ ਧਨੀ ਰਾਮ ਨੂੰ ਅਮੀਰ ਬਣਾਇਆ ਹੈ, ਤਾਂ ਫਿਰ ਕੈਸਾ ਰਹੇਗਾ ਜੇਕਰ ਮੈਂ ਧਨੀ ਰਾਮ ਨੂੰ ਵੀ ਤੇਰੀ ਤਰ੍ਹਾਂ ਗਰੀਬ ਬਣਾ ਦੇਵਾਂ? ਤਾਂ ਮਣੀ ਰਾਮ ਕਹਿੰਦਾ ਹੈ ਕਿ ਚੰਗਾ ਹੀ ਹੋਵੇਗਾ ਮਹਾਰਾਜ। ਪਰ ਸਾਧੂ ਮਨ ਹੀ ਮਨ ਸੋਚਦਾ ਹੈ ਕਿ ਭਾਵੇਂ ਹੀ ਅਮੀਰ ਆਦਮੀ ਗਰੀਬ ਬਣ ਜਾਵੇ, ਪਰ ਉਹ ਆਪਣੀ ਸੂਝ-ਬੂਝ ਤੇ ਬੁੱਧੀ ਦੇ ਬਲਬੂਤੇ ਦੇ ਕਾਰਨ ਫਿਰ ਤੋਂ ਅਮੀਰ ਬਣ ਜਾਵੇਗਾ। ਤੇ ਫਿਰ ਪਰਮਾਤਮਾ ਧਨੀ ਰਾਮ ਨੂੰ ਵੀ ਮਣੀ ਰਾਮ ਦੀ ਤਰ੍ਹਾਂ ਗਰੀਬ ਬਣਾ ਦਿੰਦਾ ਹੈ। ਤੇ ਫਿਰ ਮਣੀ ਰਾਮ ਨੂੰ ਕਹਿੰਦਾ ਹੈ ਕਿ ਮੈਂ 5 ਸਾਲਾਂ ਬਾਅਦ ਤੈਨੂੰ ਮਿਲਣ ਦੇ ਲਈ ਆਵਾਂਗਾ। ਇਹ ਕਹਿ ਕੇ ਸਾਧੂ ਉੱਥੋਂ ਚਲਾ ਜਾਂਦਾ ਹੈ। ਫਿਰ ਧਨੀ ਰਾਮ ਨੂੰ ਆਪਣੀ ਤਰ੍ਹਾਂ ਗਰੀਬ ਦੇਖ ਕੇ ਮਣੀ ਰਾਮ ਬਹੁਤ ਖੁਸ਼ ਹੁੰਦਾ ਹੈ ਤੇ ਸੋਚਦਾ ਹੈ ਕਿ ਹੁਣ ਦੇਖਦਾ ਹਾਂ ਕਿ ਇਹ ਮੇਰੇ ਨਾਲੋਂ ਜ਼ਿਆਦਾ ਪੈਸੇ ਕਿਵੇਂ ਕਮਾਵੇਗਾ। ਫਿਰ ਅਗਲੇ ਦਿਨ ਧਨੀ ਰਾਮ ਜੋ ਗਰੀਬ ਬਣ ਚੁੱਕਿਆ ਸੀ ਤੇ ਮਣੀ ਰਾਮ ਦੋਵੇਂ ਜਾਣੇ ਮੱਛੀ ਫੜਨ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਤੇ ਉਹ ਦੋਵੇਂ ਹੀ ਸਮੁੰਦਰ ਦੇ ਵਿੱਚੋਂ ਰੋਜ਼ਾਨਾ ਲਗਭਗ 400 ਰੁਪਏ ਦੀਆਂ ਮੱਛੀਆਂ ਫੜਦੇ ਸਨ। ਮਣੀ ਰਾਮ ਰੋਜ਼ਾਨਾ 300 ਰੁਪਏ ਖਾਣ ਪੀਣ ਦੀਆਂ ਚੀਜ਼ਾਂ ਉੱਤੇ ਖਤਮ ਕਰ ਦਿੰਦਾ ਸੀ ਤੇ ਜੋ 100 ਰੁਪਏ ਬਚਦੇ ਸੀ ਉਹਨਾਂ ਨੂੰ ਕੱਪੜੇ ਜਾਂ ਹੋਰ ਚੀਜ਼ਾਂ ਉੱਤੇ ਖਤਮ ਕਰ ਦਿੰਦਾ ਸੀ। ਜਦ ਕਿ ਧਨੀ ਰਾਮ ਸਿੰਪਲ ਖਾਣਾ ਖਾਂਦਾ ਸੀ, ਆਪਣੀ ਪਸੰਦ ਦੀ ਕੋਈ ਵੀ ਚੀਜ਼ ਨਹੀਂ ਖਰੀਦਦਾ ਸੀ ਤੇ ਫਾਲਤੂ ਖਰਚ ਕਰਨ ਤੋਂ ਹਮੇਸ਼ਾ ਪਰਹੇਜ਼ ਕਰਦਾ ਸੀ ਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਬਚਾਉਂਦਾ ਸੀ। ਕੁਝ ਮਹੀਨਿਆਂ ਬਾਅਦ ਧਨੀ ਰਾਮ ਸੋਚਦਾ ਹੈ ਕਿ ਮੈਂ ਇਕੱਲਾ 15-16 ਘੰਟੇ ਕੰਮ ਕਰਕੇ ਰੋਜ਼ਾਨਾ ਇੱਕ ਸਮਾਨ ਹੀ ਪੈਸੇ ਕਮਾਉਂਦਾ ਹਾਂ। ਜੇਕਰ ਮੈਂ ਹੋਰ ਪੈਸੇ ਕਮਾਉਣੇ ਹਨ ਤਾਂ ਮੈਨੂੰ ਹੋਰ ਲੋਕਾਂ ਤੋਂ ਆਪਣਾ ਕੰਮ ਕਰਵਾਉਣਾ ਹੋਵੇਗਾ। ਇਸ ਲਈ ਧਨੀ ਰਾਮ ਆਪਣੇ ਬੱਚਤ ਦੇ ਪੈਸਿਆਂ ਦੇ ਨਾਲ ਆਪਣੇ ਨਾਲ ਕੁਝ ਹੋਰ ਮਜ਼ਦੂਰ ਰੱਖ ਲੈਂਦਾ ਹੈ ਤੇ ਫਿਰ ਉਹ 4 ਮਜ਼ਦੂਰਾਂ ਨੂੰ ਲੈ ਕੇ ਸਮੁੰਦਰ ਦੇ ਵਿੱਚੋਂ ਮੱਛੀਆਂ ਫੜਨ ਦੇ ਲਈ ਜਾਣ ਲੱਗਦਾ ਹੈ। ਇੱਧਰ ਕਈ ਮਹੀਨੇ ਬੀਤਣ ਦੇ ਬਾਅਦ ਵੀ ਮਣੀ ਰਾਮ ਦੀ ਹਾਲਤ ਵੈਸੀ ਹੀ ਸੀ। ਉਹ ਇਕੱਲਾ ਹੀ ਮੱਛੀਆਂ ਫੜਨ ਦੇ ਲਈ ਜਾਂਦਾ ਸੀ। 2 ਸਾਲਾਂ ਵਿੱਚ ਧਨੀ ਰਾਮ ਨੇ ਖੁਦ ਹੀ ਇੱਕ ਕਿਸ਼ਤੀ ਬਣਾ ਲਈ ਸੀ। ਉਸਦੇ ਕੋਲ ਕੰਮ ਕਰਨ ਦੇ ਲਈ ਮਜ਼ਦੂਰਾਂ ਦੀ ਗਿਣਤੀ ਵੀ 15 ਤੋਂ 20 ਹੋ ਗਈ ਸੀ।
ਧਨੀ ਰਾਮ ਅਗਲੇ 3 ਸਾਲਾਂ ਵਿੱਚ 2 ਹੋਰ ਕਿਸ਼ਤੀਆਂ ਬਣਾ ਲੈਂਦਾ ਹੈ ਤੇ ਹੁਣ ਉਸ ਦੇ ਕੋਲ ਕੰਮ ਕਰਨ ਦੇ ਲਈ ਮਜ਼ਦੂਰਾਂ ਦੀ ਗਿਣਤੀ ਵੀ 50 ਹੋ ਜਾਂਦੀ ਹੈ, ਜਿਸ ਦੇ ਫਲਸਰੂਪ ਧਨੀ ਰਾਮ ਦਾ ਸਾਲਾਨਾ ਕਾਰੋਬਾਰ ਫਿਰ ਤੋਂ ਕਰੋੜਾਂ ਵਿੱਚ ਹੋ ਜਾਂਦਾ ਹੈ। ਇਸ ਤਰ੍ਹਾਂ ਧਨੀ ਰਾਮ ਪੈਸੇ ਦੇ ਨਾਲ ਪੈਸਾ ਬਣਾਉਣ ਦੀ ਕਲਾ ਦੀ ਬਦੌਲਤ ਫਿਰ ਤੋਂ ਅਮੀਰ ਬਣ ਜਾਂਦਾ ਹੈ ਤੇ ਦੂਜੇ ਪਾਸੇ ਮਣੀ ਰਾਮ ਆਪਣੀ ਮਸਤੀ ਵਿੱਚ ਮਸਤ ਹੁਣ ਵੀ ਇਕੱਲਾ ਹੀ ਮੱਛੀਆਂ ਫੜਨ ਦੇ ਲਈ ਜਾਇਆ ਕਰਦਾ ਸੀ। ਮਣੀ ਰਾਮ ਸਿਰਫ ਕੜੀ ਮਿਹਨਤ ਵਿੱਚ ਵਿਸ਼ਵਾਸ ਰੱਖਦਾ ਸੀ, ਜਿਸ ਦੇ ਫਲਸਰੂਪ ਉਹ ਹੁਣ ਵੀ ਗਰੀਬ ਹੀ ਸੀ। ਤੇ ਫਿਰ 5 ਸਾਲਾਂ ਬਾਅਦ ਪਰਮਾਤਮਾ ਫਿਰ ਤੋਂ ਸਾਧੂ ਦਾ ਰੂਪ ਧਾਰ ਕੇ ਮਣੀ ਰਾਮ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਹੁਣ ਦੱਸ ਮਣੀ ਰਾਮ, ਤੈਨੂੰ ਗਰੀਬ ਕਿਸ ਨੇ ਬਣਾਇਆ ਤੇ ਗਰੀਬ ਹੋ ਚੁੱਕੇ ਧਨੀ ਰਾਮ ਨੂੰ ਅਮੀਰ ਕਿਸ ਨੇ ਬਣਾਇਆ। ਇੰਨਾ ਸੁਣਨ ਤੋਂ ਬਾਅਦ ਮਣੀ ਰਾਮ ਦੇ ਕੋਲ ਕੋਈ ਵੀ ਉੱਤਰ ਨਹੀਂ ਸੀ। ਉਹ ਆਪਣੀ ਗਰੀਬੀ ਦਾ ਦੋਸ਼ ਪਰਮਾਤਮਾ ਤੇ ਲਗਾਉਣ ਤੇ ਉਸ ਨੂੰ ਬੁਰਾ ਭਲਾ ਕਹਿਣ ਦੇ ਲਈ ਸਾਧੂ ਦੇ ਕੋਲੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਮੈਂ ਅੱਜ ਤੋਂ ਬਾਅਦ ਆਪਣੇ ਗਰੀਬ ਹੋਣ ਦਾ ਦੋਸ਼ ਕਿਸੇ ਹੋਰ ਉੱਤੇ ਨਹੀਂ ਲਗਾਵਾਂਗਾ। ਮਣੀ ਰਾਮ ਹੁਣ ਸਮਝ ਗਿਆ ਸੀ ਕਿ ਕਿਸੇ ਵੀ ਇਨਸਾਨ ਦਾ ਗਰੀਬ ਘਰ ਵਿੱਚ ਪੈਦਾ ਹੋਣਾ ਉਸ ਦੀ ਗਲਤੀ ਨਹੀਂ, ਪਰ ਜੇਕਰ ਉਹ ਗਰੀਬ ਹੀ ਰਹਿੰਦਾ ਹੈ ਤੇ ਗਰੀਬੀ ਵਿੱਚ ਹੀ ਮਰ ਜਾਂਦਾ ਹੈ ਤਾਂ ਇਸ ਦੇ ਵਿੱਚ ਸਿਰਫ ਤੇ ਸਿਰਫ ਉਸੇ ਇਨਸਾਨ ਦੀ ਹੀ ਗਲਤੀ ਹੈ, ਭਗਵਾਨ ਦੀ ਨਹੀਂ। ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਵੀ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਪਰਮਾਤਮਾ ਨੇ ਤਾਂ ਸਿਰਫ ਇਨਸਾਨ ਬਣਾਇਆ ਹੈ। ਗਰੀਬੀ ਤੇ ਅਮੀਰੀ ਇਨਸਾਨ ਦੇ ਕੰਮ ਕਰਨ ਦੇ ਤਰੀਕੇ ਤੇ ਉਸ ਦੀ ਸੋਚ ਉੱਤੇ ਨਿਰਭਰ ਕਰਦੀ ਹੈ। ਇਸ ਲਈ ਦੋਸਤੋ, ਜੇਕਰ ਤੁਸੀਂ ਗਰੀਬ ਹੋ, ਤੰਗੀ ਵਿੱਚ ਹੋ ਤਾਂ ਇਸ ਦੇ ਲਈ ਪਰਮਾਤਮਾ ਨੂੰ ਦੋਸ਼ ਨਾ ਦੇਵੋ। ਆਪਣੇ ਕੰਮ ਕਰਨ ਦੇ ਤਰੀਕੇ ਬਦਲੋ, ਆਪਣੀ ਸੋਚ ਨੂੰ ਬਦਲੋ। ਜੇਕਰ ਇਹ ਜਾਣਨ ਤੋਂ ਬਾਅਦ ਵੀ ਤੁਸੀਂ ਐਸਾ ਨਹੀਂ ਕਰਦੇ ਤਾਂ ਆਪਣੀ ਹਾਲਤ ਦੇ ਜ਼ਿੰਮੇਵਾਰ ਤੁਸੀਂ ਖੁਦ ਹੋ, ਪਰਮਾਤਮਾ ਨਹੀਂ। ਸੋ ਦੋਸਤੋ, ਇਸ ਦੇ ਲਈ ਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਹਿੰਮਤ ਕਰੇ ਅਗਰ ਮਰਦਾਂ ਤੋਂ ਮਦਦ ਖੁਦਾ, ਅਰਥਾਤ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਇਸ ਤਰ੍ਹਾਂ ਫੋਕੀਆਂ ਅਰਦਾਸਾਂ ਕਰਨ ਦੇ ਨਾਲ ਕੁਝ ਨਹੀਂ ਹੋਣ ਵਾਲਾ, ਹੱਥ ਤੇ ਹੱਥ ਧਰ ਕੇ ਬੈਠਣ ਨਾਲ ਕੁਝ ਨਹੀਂ ਹੋਣ ਵਾਲਾ। ਤੁਸੀਂ ਮਿਹਨਤ ਕਰੋ, ਲਗਨ ਦੇ ਨਾਲ ਕੰਮ ਕਰੋ, ਉਹ ਪਰਮਾਤਮਾ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਦੇਵੇਗਾ, ਤੁਹਾਡੀ ਗਰੀਬੀ ਨੂੰ ਜ਼ਰੂਰ ਕੱਟੇਗਾ। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।